ਸਤਿ ਸ਼੍ਰੀ ਅਕਾਲ। ਸਮੇਂ ਦੇ ਬੁਲੇਟਿਨ 'ਚ ਬਹੁਤ-ਬਹੁਤ ਸਵਾਗਤ ਹੈ। ਮੈਂ ਤੁਹਾਡੇ ਨਾਲ ਗੁਰਜੋਤ ਸੰਧੂ। ਸਭ ਤੋਂ ਪਹਿਲਾਂ ਖਬਰਾਂ ਦੀ ਸ਼ੁਰੂਆਤ ਕਰਾਂਗੇ ਸੋਨੂ ਸੂਦ ਤੋਂ। ਸੋਨੂ ਸੂਦ ਦੇ ਘਰ ਅੱਜ ਵੀ ਆਈਟੀ ਦੀ ਰੇਡ ਜਾਰੀ ਹੈ। ਮੁੰਬਈ ਸਥਿਤ ਘਰ ਦੇ ਸਣੇ ਹੋਰ 6 ਟਿਕਾਣਿਆਂ ਤੇ ਜਾਂਚ ਜਿਹੜੀ ਉਹ ਕੀਤੀ ਜਾ ਰਹੀ ਹੈ। ਕੱਲ ਵੀ ਕਰੀਬ 20 ਘੰਟੇ ਇਹ ਪੂਰੀ ਰੇਡ ਚੱਲੀ ਸੀ ਤੇ ਅੱਜ ਵੀ ਰੇਡ ਜਿਹੜੀ ਸ਼ੁਰੂ ਹੋ ਚੁੱਕੀ ਹੈ। ਸੋ ਸਿਆਸੀ ਪਾਰਟੀਆਂ ਨੇ ਰੇਡ ਤੇ ਹੁਣ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਨੇ। ਸਵਾਲ ਉੱਠਣੇ ਸ਼ੁਰੂ ਹੋ ਗਏ ਨੇ। ਆਪ ਤੇ ਸ਼ਿਵ ਸੈਨਾ ਨੇ ਰੇਡ ਤੇ ਸਵਾਲ ਚੁੱਕੇ ਨੇ ਔਰ ਦੱਸ ਦਈਏ ਕਿ ਸੋਨੂ ਸੂਦ ਜਿਹੜੇ ਨੇ ਹਮੇਸ਼ਾ ਤੋਂ ਅਸਮਾਜਿਕ ਕੰਮਾਂ ਨੂੰ ਲੈ ਕੇ ਇਸ ਤੋਂ ਇਲਾਵਾ ਹੋਰ ਮਸਲਿਆਂ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਰਹਿੰਦੇ ਨੇ। ਜਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਕੋਰੋਨਾ ਕਾਲ ਦੇ ਵਿੱਚ ਜਿਹੜਾ ਉਹ ਲੋਕਾਂ ਦੀ ਮਦਦ ਕੀਤੀ। ਸੋ ਹੁਣ ਕਹਿ ਸਕਦੇ ਆ ਕਿ ਮੁਸ਼ਕਿਲਾਂ ਜਿਹੜੀਆਂ ਨੇ ਕੁਝ ਵਧੀਆਂ ਨੇ ਸੋਨੂ ਸੂਦ ਦੀਆਂ, ਕਿਉਂਕਿ ਸੋਨੂ ਸੂਦ ਦੇ ਘਰ ਅੱਜ ਵੀ ਆਈਟੀ ਦੀ ਰੇਡ ਜਿਹੜੀ ਆ ਉਹ ਚੱਲ ਰਹੀ ਹੈ ਔਰ ਮੁੰਬਈ ਸਥਿਤ ਘਰ ਦੇ ਸਣੇ 6 ਟਿਕਾਣਿਆਂ ਤੇ ਜਿਹੜੀ ਆ ਉਹ ਜਾਂਚ ਚੱਲ ਰਹੀ ਹੈ। ਕੱਲ ਵੀ ਕਰੀਬ 20 ਘੰਟੇ ਇਹ ਜਾਂਚ ਹੋਈ ਸੀ, ਇਹ ਰੇਡ ਚੱਲੀ ਸੀ ਔਰ ਸਿਆਸੀ ਪਾਰਟੀਆਂ ਹੁਣ ਸਵਾਲ ਚੁੱਕ ਰਹੀਆਂ ਨੇ। ਇਸ ਰੇਡ ਤੇ ਸਵਾਲ ਜਿਹੜੇ ਨੇ ਉੱਠਣੇ ਸ਼ੁਰੂ ਹੋ ਚੁੱਕੇ ਨੇ। ਆਪ ਤੇ ਸ਼ਿਵ ਸੈਨਾ ਨੇ ਰੇਡ ਤੇ ਸਵਾਲ ਚੁੱਕੇ ਨੇ ਔਰ ਅੱਜ ਵੀ ਇਹ ਰੇਡ ਜਿਹੜੀ ਆ ਚੱਲ ਰਹੀ ਹੈ ਔਰ ਵੇਖਣਾ ਹੋਏਗਾ ਕਿ ਹੋਰ ਕਿੰਨਾ ਲੰਬਾ ਸਮਾਂ ਅੱਜ ਵੀ ਇਹ ਰੇਡ ਜਿਹੜੀ ਆ ਉਹ ਜਾਰੀ ਰਹਿੰਦੀ ਆ ਔਰ ਕੀ ਕੁਝ ਖਾਸ ਜਿਹੜਾ ਹੈ ਉਹ ਸਬੂਤ ਆਈਟੀ ਦੇ ਹੱਥ ਲੱਗਦੇ ਨੇ। ਇਹ ਵੀ ਵੱਡਾ ਸਵਾਲ ਹੈ। ਕਿਸ ਬਿਹਾਫ ਦੇ ਨਾਲ, ਕਿਸ ਤਰੀਕੇ ਦੇ ਨਾਲ ਇਹ ਜਿਹੜੀ ਹੈ ਉਹ ਰੇਡ ਹੋ ਰਹੀ ਹੈ, ਕਿਉਂਕਿ ਕਈ ਖਦਸ਼ੇ ਹੋਣਗੇ। ਸੋ ਜਿਸ ਦੇ ਚੱਲਦੇ ਇਹ ਰੇਡ ਕੀਤੀ ਜਾ ਰਹੀ ਹੈ, ਕਿਉਂਕਿ 20 ਘੰਟੇ ਕੱਲ ਵੀ ਰੇਡ ਹੋਈ ਹੈ ਔਰ ਅੱਜ ਵੀ ਰੇਡ ਹੈ ਉਹ ਉਹਨਾਂ ਦੇ ਘਰ ਚੱਲ ਰਹੀ ਹੈ। ਮੁੰਬਈ ਸਥਿਤ ਘਰ ਹੈ, ਉਸ ਤੋਂ ਇਲਾਵਾ ਹੋਰ 6 ਟਿਕਾਣੇ ਨੇ ਜਿਨ੍ਹਾਂ ਤੇ ਜਾਂਚ ਹੋ ਰਹੀ ਹੈ। ਸੋ ਵੇਖਣਾ ਹੋਏਗਾ ਇਹ ਵੀ ਕਿ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ। ਪਰ ਇੰਨਾ ਜ਼ਰੂਰ ਹੈ ਕਿ ਇੱਥੇ ਹੁਣ ਮੁਸ਼ਕਿਲ ਜ਼ਰੂਰ ਵੱਧਦੀ ਨਜ਼ਰ ਆ ਰਹੀ ਹੈ ਸੋਨੂ ਸੂਦ ਹੋਰਾਂ ਦੀ, ਕਿਉਂਕਿ ਹੁਣ ਸਿਆਸੀ ਪਾਰਟੀਆਂ ਵੀ ਜੁੜੀਆਂ ਨੇ, ਉਹ ਸਵਾਲ ਚੁੱਕਣੀਆਂ ਸ਼ੁਰੂ ਹੋ ਗਈਆਂ ਨੇ। ਇਸ ਰੇਡ ਤੇ ਸਵਾਲ ਚੁੱਕ ਰਹੀਆਂ ਨੇ। ਆਪ ਔਰ ਸ਼ਿਵ ਸੈਨਾ ਨੇ ਹੁਣ ਇਸ ਰੇਡ ਤੇ ਸਵਾਲ ਚੁੱਕੇ ਨੇ। ਕੁੱਲ ਮਿਲਾ ਕੇ ਰੇਡ ਜਿਹੜੀ ਆ ਜ਼ਰੂਰ ਹੋ ਰਹੀ ਹੈ ਔਰ 20 ਘੰਟੇ ਕੱਲ ਵੀ ਹੋਈ ਸੀ। कलाकार सोनू सूद, इनके विविध प्रॉपर्टीज पर इनकम टैक्स डिपार्टमेंट के रेड पड़ रहे हैं और कहा जाता है कि जब से सोनू सूद आप गवर्नमेंट के ब्रांड एम्बेसडर बने हैं, इसी वजह से उनको ये सब झेलना पड़ रहा है। इसे तालिबानी मानसिकता ही कहना चाहिए। ਸੋ ਕੇਜਰੀਵਾਲ ਦੇ ਵੱਲੋਂ ਟਵੀਟ ਕੀਤਾ ਗਿਆ। ਉਧਰ ਦਿੱਲੀ ਦੇ ਸੀਐਮ ਨੇ ਟਵੀਟ ਕੀਤਾ ਹੈ ਔਰ ਕਰਦੇ ਹੋਏ ਲਿਖਿਆ ਹੈ ਕਿ ਸੱਚਾਈ ਦੇ ਰਸਤੇ ਤੇ ਲੱਖਾਂ ਮੁਸ਼ਕਿਲਾਂ ਆਉਂਦੀਆਂ ਨੇ, ਪਰ ਜਿੱਤ ਹਮੇਸ਼ਾ ਸੱਚਾਈ ਦੀ ਹੁੰਦੀ ਹੈ। ਸੋਨੂ ਸੂਦ ਦੇ ਨਾਲ ਭਾਰਤ ਦੇ ਲੱਖਾਂ ਪਰਿਵਾਰਾਂ ਦੀਆਂ ਦੁਆਵਾਂ ਨੇ ਜਿਨ੍ਹਾਂ ਨੂੰ ਮੁਸ਼ਕਿਲ ਸਮੇਂ ਸੋਨੂ ਜੀ ਦਾ ਸਾਥ ਮਿਲਿਆ ਸੀ। ਸੋ ਅਰਵਿੰਦ ਕੇਜਰੀਵਾਲ ਉਹਨਾਂ ਦੇ ਵੱਲੋਂ ਜੋ ਇਹ ਟਵੀਟ ਕੀਤਾ ਗਿਆ, ਇਸ ਦੇ ਕਈ ਮਾਇਨੇ ਨਿਕਲਦੇ ਨੇ ਔਰ ਜੋ ਸਵਾਲ ਆਮ ਆਦਮੀ ਪਾਰਟੀ ਚੁੱਕ ਰਹੀ ਹੈ ਉਹਨਾਂ ਦਾ ਇਹ ਕਹਿਣਾ ਹੈ ਕਿ ਜਦੋਂ ਤੋਂ ਬ੍ਰਾਂਡ ਐਂਬੈਸਡਰ ਬਣੇ ਨੇ ਸੋਨੂ ਸੂਦ ਆਮ ਆਦਮੀ ਪਾਰਟੀ ਦੇ, ਤੇ ਹੁਣ ਲਾਜ਼ਮੀ ਤੌਰ ਤੇ ਉਹਨਾਂ ਤੇ ਰੇਡ ਹੋਣੀ ਸੀ, ਇਸ ਤਰ੍ਹਾਂ ਦੀ ਕੁਝ ਕਾਰਵਾਈ ਹੋਣੀ ਸੀ। ਸੋ ਜਿਸ ਦੇ ਚੱਲਦੇ ਹੁਣ ਅਰਵਿੰਦ ਕੇਜਰੀਵਾਲ ਉਹਨਾਂ ਨੇ ਵੀ ਇਹ ਟਵੀਟ ਕੀਤਾ ਹੈ ਔਰ ਇਸ ਟਵੀਟ ਦੇ ਵੀ ਕਈ ਮਾਇਨੇ ਨਿਕਲਦੇ ਨੇ। ਉਹਨਾਂ ਨੇ ਲਿਖਿਆ ਹੈ ਕਿ ਸੱਚਾਈ ਦੇ ਰਸਤੇ ਤੇ ਲੱਖਾਂ ਮੁਸ਼ਕਿਲਾਂ ਆਉਂਦੀਆਂ ਨੇ, ਪਰ ਜਿੱਤ ਹਮੇਸ਼ਾ ਸੱਚਾਈ ਦੀ ਹੁੰਦੀ ਹੈ। ਸੋ ਸੋਨੂ ਸੂਦ ਦੇ ਨਾਲ ਭਾਰਤ ਦੇ ਲੱਖਾਂ ਪਰਿਵਾਰਾਂ ਦੀਆਂ ਦੁਆਵਾਂ ਨੇ। ਅਰਵਿੰਦ ਕੇਜਰੀਵਾਲ ਲਿਖਦੇ ਨੇ ਆਪਣੇ ਟਵੀਟ ਵਿੱਚ, ਜਿਨ੍ਹਾਂ ਨੂੰ ਮੁਸ਼ਕਿਲ ਸਮੇਂ ਸੋਨੂ ਜੀ ਦਾ ਸਾਥ ਮਿਲਿਆ ਸੀ। ਸੋ ਇਸ ਤੋਂ ਇਲਾਵਾ ਰਾਘਵ ਚੱਡਾ ਵੀ ਜਿਹੜੇ ਨੇ ਟਵੀਟ ਕਰਦੇ ਨਜ਼ਰ ਆ ਰਹੇ ਨੇ। ਜਿੰਨਾ ਜ਼ੋਰ ਹੈ ਲਗਾ ਲਓ ਨਾ ਕਿ ਸ਼ੇਰਾਂ ਦੀ ਕੌਮ ਹੈ। ਰਾਘਵ ਚੱਡਾ ਇਹ ਬਿਆਨ ਆਪਣੇ ਟਵੀਟ ਜ਼ਰੀਏ ਦੇ ਰਹੇ ਨੇ। ਐਨੀ ਸੌਖੀ ਨਹੀਂ ਦਬਦੀ, ਇਸ ਤਰ੍ਹਾਂ ਦੇ ਨਾਲ ਇਹ ਟਵੀਟ ਕੀਤਾ ਉਹਨਾਂ ਨੇ ਔਰ 3 ਲਾਈਨਾਂ ਦੇ ਵਿੱਚ ਹੀ ਕਾਫੀ ਕੁਝ ਦੱਸਣ ਦੀ ਕੋਸ਼ਿਸ਼ ਕੀਤੀ ਹੈ ਰਾਘਵ ਚੱਡਾ ਨੇ। ਜਿੰਨਾ ਜ਼ੋਰ ਹੈ ਲਗਾ ਲਓ, ਸ਼ੇਰਾਂ ਦੀ ਕੌਮ ਹੈ, ਇੰਨੀ ਸੌਖੀ ਨਹੀਂ ਦਬਦੀ। ਇਹ 3 ਸਤਰਾਂ ਜਿਹੜੀਆਂ ਨੇ ਬੇਹੱਦ ਕੁਝ ਬਿਆਨਕਾਰੀਆਂ ਨੇ ਰਾਘਵ ਚੱਡਾ ਦੇ ਇਸ ਟਵੀਟ ਤੋਂ। ਸੋ ਕੁੱਲ ਮਿਲਾ ਕੇ ਹੁਣ ਸ਼ਿਵ ਸੈਨਾ ਤੇ ਆਮ ਆਦਮੀ ਪਾਰਟੀ ਦੋਵੇਂ ਜਿਹੜੇ ਨੇ ਉਹ ਟਵੀਟ ਕਰਦੇ ਨਜ਼ਰ ਆਏ ਨੇ ਔਰ ਜ਼ਿਆਦਾ ਜਾਣਕਾਰੀ ਲਈ ਸਾਡੇ ਨਾਲ ਮੁੰਬਈ ਤੋਂ ਪੱਤਰਕਾਰ ਅਮਿਤ ਰਾਏ ਜੁੜੇ ਨੇ। ਅਮਿਤ, ਕੀ ਕੁਝ ਜਾਣਕਾਰੀ ਜੇਕਰ ਰੇਡ ਦੀ ਗੱਲ ਕੀਤੀ ਜਾਵੇ, ਕਿਉਂਕਿ ਕੱਲ ਵੀ 20 ਘੰਟੇ ਹੋਈ ਸੀ ਤੇ ਹੁਣ ਕੀ ਕੁਝ ਅਪਡੇਟ है? देखिए, कल सुबह से लेके देर रात तक लगभग 20 घंटे जो है ये सर्वे चला है और आज जो है कुछ देर पहले ही जो है इनकम टैक्स की टीम जो है वापस सोनू सूद के घर उनके ऑफिस पे जो है पहुंची है। कुछ फाइलों को जो है खंगाला जा रहा है। बताया ये जा रहा है कि सोनू सूद के फाइनेंशियल रिकॉर्ड्स, इनकम अकाउंट्स बुक्स, खर्च से जुड़े जो डाटा है उसको खंगाला जा रहा है। कल हमने देखा था देर रात कुछ फाइलें लेकर इनकम टैक्स के अधिकारी निकले थे और हमने पूछना भी चाहा लेकिन उन्होंने कोई जवाब नहीं दिया है। हमने ये भी इनकम टैक्स अधिकारी से पूछना चाहा क्या ये रेड है, उनका साफ तौर पर कहना है ये रेड नहीं, ये सर्वे है। तो सर्वे शब्द पे ज्यादा जोर जो है दिया जा रहा है, लेकिन इस पूरे मामले ने राजनीतिक तूल पकड़ लिया। जिस तरह से आम आदमी पार्टी समर्थन उतर चुकी है और आज शिवसेना भी जो है इसके समर्थन में उतर चुकी है। जिस तरह से सोनू सूद पे इनकम टैक्स की कार्रवाई चल रही है उसका वो पुरजोर विरोध कर रहे हैं।
हमने अशोक चौहान जो पूर्व मुख्यमंत्री है महाराष्ट्र के और कैबिनेट ठीक मिनिस्टर है है इस समय। अमित, मैं आपको रोकना चाहूंगी। अमन अरोड़ा साडे नाल आम आदमी पार्टी विधायक पंजाब तो जुड़े ने फोन लाइन ते। अरोड़ा साहब की लगता है जो ये रेड हो रही है की लगता पार्टी नूं कि जदों दे ब्रांड एंबेसडर बने ने उदों तो ही ये कार्रवाई होना लाजमी लग रहा सी तुहानूं? देखो ये मैडम ट्रैक रिकॉर्ड ही बोलदा पिछले समय तो कि नंबर 1 ਦਾ ਜਿਹੜਾ ਬੰਦੇ ਨੂੰ ਐਪਲੌਜ਼ ਮਿਲਿਆ ਹੋਵੇ, ਪ੍ਰਸ਼ੰਸਾ ਮਿਲੀ ਹੋਵੇ ਮੁਲਕ ਦੇ ਵਿੱਚ ਕਿਸੇ ਵੀ ਚੰਗੇ ਕੰਮ ਦੇ ਲਈ, ਨੰਬਰ 1 ਤਾਂ ਉਹ ਅੱਜ ਦੀ ਜਿਹੜੀ ਕੇਂਦਰ ਦੀ ਸਰਕਾਰ ਹੈ ਉਹਨੂੰ ਵੈਸੀ ਹਜ਼ਮ ਨਹੀਂ ਹੁੰਦਾ ਹੈਗਾ ਕਿ ਉਹਨਾਂ ਤੋਂ ਬਿਨਾਂ ਵਾਹ-ਵਾਹ ਕਿਸੇ ਨੂੰ ਮਿਲੇ, ਨੰਬਰ 1। ਔਰ ਨੰਬਰ 2 ਮੈਂ ਸਮਝਦਾ ਕਿ ਜਦੋਂ ਦੇ ਆਮ ਆਦਮੀ ਪਾਰਟੀ ਔਰ ਅਰਵਿੰਦ ਕੇਜਰੀਵਾਲ ਸਰਕਾਰ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਉਹ ਦਿੱਲੀ ਗਵਰਨਮੈਂਟ ਦੇ ਐਜੂਕੇਸ਼ਨ ਮਾਡਲ ਨੂੰ ਪ੍ਰਮੋਟ ਕਰਨ ਦੇ ਲਈ ਬ੍ਰਾਂਡ ਐਂਬੈਸਡਰ ਬਣੇ ਨੇ, ਉਦੋਂ ਦਾ ਤਾਂ ਬਿਲਕੁਲ ਹੀ ਆਈ ਥਿੰਕ ਸ਼ਾਇਦ ਕੇਂਦਰ ਸਰਕਾਰ ਨੂੰ ਤੇ ਉਹਨਾਂ ਦੀ ਜਿਹੜੀ ਫੇਵਰੇਟ ਏਜੰਸੀ ਹੈ ਉਹਨੂੰ ਨਹੀਂ ਦੁਬਾਰਾ ਹੈਗਾ, ਜਿਹਦੀ ਵਜ੍ਹਾ ਕਰਕੇ ਇਸ ਤਰੀਕੇ ਦੀ ਵਿੱਚ ਹੰਟਿੰਗ ਹੈ ਜਿਹੜੀ ਮੇਰੇ ਖਿਆਲ ਦੇ ਵਿੱਚ ਹੋ ਰਹੀ ਹੈ। ਸੋ ਇਹ ਚੀਜ਼ਾਂ ਨਹੀਂ ਹੋਣੀ ਚਾਹੀਦੀਆਂ ਹੈਗੀਆਂ। ਅਮਨ ਜੀ ਕੀ ਲੱਗਦਾ ਤੁਹਾਨੂੰ ਕਿ ਉਹ ਜੇਕਰ ਆਈਟੀ ਦੀ ਗੱਲ ਕਰੀਏ ਉਹਨਾਂ ਦਾ ਕਹਿਣਾ ਇੱਕ ਸਰਵੇ ਹੈਗਾ ਔਰ ਉਸੇ ਦੇ ਮੁਤਾਬਿਕ ਸਿਰਫ ਜਾਂਚ ਹੋ ਰਹੀ ਹੈ? ਨਹੀਂ ਚਲੋ ਉਹ ਤਾਂ ਉਹਨਾਂ ਨੇ ਕੋਈ ਨਾ ਕੋਈ ਜਸਟੀਫਿਕੇਸ਼ਨ ਤਾਂ ਦੇਣੀ ਸੀਗੀ ਨਾ ਜੀ, ਪਰ ਅਜਿਹਾ ਕਿ ਹੁਣ ਇਸ ਸਮੇਂ ਦੇ ਵਿੱਚ ਜਿਹੜੀ ਚੀਜ਼ ਸੋਨੂੰ ਸੂਦ ਵਾਸਤੇ ਵਿਜ਼ੀਬਲ ਦਿਖਦੀ ਹੈ ਉਹ ਇਹੀ ਹੈ ਕਿ ਇੱਕ ਉਹਨਾਂ ਨੇ ਬੜੇ ਫਿਲੈਂਥਰੈਪਿਕ ਜਿਹੜੇ ਕੰਮ ਨੇ ਜੀ, ਲੋਕ ਭਲਾਈ ਦੇ ਕੰਮ ਨੇ ਕੋਵਿਡ ਦੇ ਦੌਰਾਨ 1.5 ਸਾਲ ਦੇ ਵਿੱਚ ਕੀਤੇ ਨੇ, ਨੰਬਰ 1। ਨੰਬਰ 2 ਕਿ ਉਹ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜਾ ਮਾਡਲ ਹੈ, ਐਜੂਕੇਸ਼ਨ ਮਾਡਲ ਹੈ, ਉਹਦੇ ਨਾਲ ਜੁੜੇ ਨੇ। ਇਹ ਦੋ ਚੀਜ਼ਾਂ ਤਾਂ ਵਿਜ਼ੀਬਲ ਦਿਖਦੀਆਂ ਨੇ। ਹੁਣ ਉਹਨਾਂ ਨੇ ਕੋਈ ਗਲਤ ਕੰਮ ਕੀਤਾ ਇਹ ਤਾਂ ਵਿਜ਼ੀਬਲੀ ਹੈ, ਜੇ ਤਾਂ ਨਜ਼ਰ ਨਹੀਂ ਨਾ ਆ ਰਿਹਾ ਜੀ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਕੋਈ ਤਾਂ ਅਮਨ ਜੀ ਖਦਸ਼ਾ ਹੋਏਗਾ ਜਿਹਦੇ ਮੁਤਾਬਿਕ ਇਹ ਜਾਂਚ ਹੋ ਰਹੀ ਹੈ ਕਿ ਤੁਸੀਂ ਦਾਅਵੇ ਨਾਲ ਕਹਿ ਸਕਦੇ ਹੋ ਕਿ ਅਜਿਹਾ ਕੁਝ ਵੀ ਨਹੀਂ ਹੈ? ਨਹੀਂ, ਦਾਅਵੇ ਨਾਲ ਤਾਂ ਮੈਡਮ ਮੈਂ ਕਿਵੇਂ ਕਹਿ ਸਕਦਾ ਜੀ, ਮੈਨੂੰ ਜੋ ਫੀਲ ਹੋ ਰਿਹਾ ਅੱਜ, ਮੈਨੂੰ ਨਹੀਂ, ਮੇਰੇ ਖਿਆਲ ਚ ਸ਼ਾਇਦ ਤੁਹਾਡੇ ਮੇਰੇ ਵਰਗੇ ਲੱਖਾਂ ਲੋਕਾਂ ਨੂੰ ਫੀਲ ਹੋ ਰਿਹਾ। ਆਪਾਂ ਤਾਂ ਉਹ ਗੱਲ ਕਰ ਰਹੇ ਹਾਂ, ਇਹ ਤਾਂ ਉਹੀ ਤਾਂ ਉਹ ਦੱਸ ਸਕਦੇ ਨੇ ਜਾਂ ਜਾਂਚ ਏਜੰਸੀ ਦੱਸ ਸਕਦੀ ਹੈ, ਸਰਕਾਰ ਦੱਸ ਸਕਦੀ ਹੈ ਕਿ ਕੀ ਹੈ ਕੀ ਨਹੀਂ ਹੈ। ਪਰ ਮੈਨੂੰ ਲੱਗਦਾ ਕਿ ਜੇ ਇਹ ਇਸ ਤਰੀਕੇ ਦੀ ਗੱਲ ਹੋ ਰਹੀ ਹੈ ਤੇ ਉਹਦੇ ਵਿੱਚ ਇਹ ਪਿਛਲੇ 2 ਸਮੇਂ ਦੇ ਵਿੱਚ ਜਿਹੜੇ 2 ਰੀਜ਼ਨਸ ਹੋਏ ਨੇ ਉਹ ਜ਼ਰੂਰ ਨਜ਼ਰ ਆਉਂਦੇ ਨੇ। ਠੀਕ ਹੈ ਅਮਨ ਜੀ, ਧੰਨਵਾਦ ਹੈ ਜੁੜਨ ਦੇ ਲਈ, ਬਹੁਤ ਬਹੁਤ ਸ਼ੁਕਰੀਆ। ਸੋ ਕੱਲ ਕਰੀਬ 20 ਘੰਟੇ ਜਿਹੜੀ ਹੈ ਉਹ ਜਾਂਚ ਚੱਲੀ ਸੀ ਔਰ ਅੱਜ ਫਿਰ ਤੋਂ ਹੁਣ ਆਈਟੀ ਦੀ ਜਿਹੜੀ ਰੇਡ ਹੈ ਉਹ ਚੱਲ ਰਹੀ ਹੈ ਔਰ ਸ਼ੁਰੂ ਹੋ ਚੁੱਕੀ ਹੈ ਔਰ ਲਗਾਤਾਰ ਜਿਹੜੀ ਅਸੀਂ ਜਾਣਕਾਰੀ ਵੀ ਲੈ ਰਹੇ ਹਾਂ ਆਪਣੇ ਪੱਤਰਕਾਰ ਤੋਂ। ਔਰ ਖਾਸ ਤੌਰ ਤੇ ਜੇਕਰ ਗੱਲ ਕਰੀਏ सो अमित जी साढ़े ना फोन लाइन पे लगातार जुड़े हुए हैं मुंबई। तो अमित, अगर बात की जाए तो आम आदमी पार्टी पंजाब से जो उनका कहना है कि हमें नहीं लगता कि ऐसा कुछ हो, अगर सर्वे के नाम पर भी ये जांच की जा रही है तो ये सोची समझी साजिश है। देखिए, निश्चित रूप से पूरे मामले ने एक राजनीतिक मोड़ ले लिया। जैसा कि मैंने आपको बताया कि शिवसेना खुलकर समर्थन में आ चुकी है। अभी हमने पूर्व मुख्यमंत्री अशोक चौहान से बातचीत की, वो साफ रूप से कहना है कि बीजेपी की सरकार जो है जांच एजेंसियों का दुरुपयोग कर रही है और जिस तरह से एजेंसियों का दुरुपयोग किया जाए निश्चित तौर पर जो है ये परेशानी की बात हो सकती है। तो इस पूरे मामले ने जो है एक राजनीतिक रूप ले लिया। वहीं दूसरी तरफ देखें सोशल मीडिया पे जो सोनू सूद के फैंस हैं, जैसे उनको खबर मिली इस पूरे इनकम टैक्स की कार्रवाई की, उन्होंने अपना रोष व्यक्त करना शुरू कर दिया। यानी बाहर भी जो है सोशल मीडिया पे उनके फैंस उनका खुलकर समर्थन करते नजर आ रहे हैं। लेकिन इनकम टैक्स के अधिकारियों को साफ तौर पे कहना है कि ये एक सर्वे की प्रक्रिया है, ना कि रेड की प्रक्रिया। लेकिन कल रात को जो है कुछ फाइलें लेकर निकले थे और आज दूसरे दिन अच्छा, क्या कुछ जानकारी है अमित, अगर आप फाइलों का जिक्र कर रहे हो कि अब तक 20 घंटे की रेड में कुछ मिला हो, ऐसा कुछ भी जिसके बाद अब फिर से जांच शुरू कर दी गई है या अभी खंगालने की और कोशिशें की जा रही हैं? देखिए, ये एक ऐसी एजेंसी है इनकम टैक्स की कि जो मीडिया को किसी भी प्रकार की जानकारी जो है साझा नहीं करती है। जो हमारे सूत्र है उन्होंने ये बताया कि उनके जो आय और व्यय के जो खाते हैं उन खातों से जुड़े जो दस्तावेज है वो लिए गए हैं, वो फाइलें जो है चेक की जा रही, क्योंकि कोरोना कोविड काल में जिस तरह से मदद की गई उनके एनजीओ द्वारा, तो ये पैसा कहाँ से आया? क्योंकि जब ये पैसा खर्च किया जा रहा था कई लोगों ने जो इस पे क्लेम भी किया था और ये कहा था ये पैसा आखिर कहाँ से आ रहा है, इतना पैसा सोनू सूद के पास कहाँ से आया? ये जो सारे मामले उठे थे उसी मामलों की जांच की प्रक्रिया जो है इनकम टैक्स द्वारा की जा रही है। अमित जी, मैं आपको बीच में ही रोकना चाहूंगी और धन्यवाद भी करूंगी आपका, बहुत बहुत शुक्रिया। तो दूसरे पासे हरजीत गरेवाल फोन लाइन ते साढ़े ना बीजेपी आगू गरेवाल साहब की कहोगे जो सोनू सूद होरां दे घर ते और बाकी ठिकाणियां ते जांच हो रही है, हुण आम आदमी पार्टी और शिव सेना की गल करिए तो दोवें सवाल चुक रही ने कि रेड जिहड़ी है सोची समझी साजिश है, जानबूझ के सारा कुछ कराया जा रहा है। नहीं, कोई रेड नहीं हो रही, ये एक रूटीन जांच है और
ਜਿਹਦੇ ਲਈ ਖੁਦ ਹੀ ਰਿਕੁਐਸਟ ਕੀਤੀ ਗਈ ਸੀ। ਇਹ ਕੋਈ ਸਰਕਾਰ ਵੱਲੋਂ ਇਸ ਤਰ੍ਹਾਂ ਦੀ ਰੇਟ ਨਹੀਂ ਹੈ ਜਾਂ ਕੋਈ ਰਿਕੁਐਸਟ ਕਿਹਨਾਂ ਨੇ ਕੀਤੀ ਸੀ ਗਰੇਵਾਲ ਸਾਹਿਬ? ਇਹ ਇਹਨਾਂ ਨੇ ਸੋਨੂੰ ਸੂਦ ਨੇ। ਅੱਛਾ। ਤੇ ਹਾਂ ਬਈ ਉਹ ਸੇਵਾ ਦੇ ਕੰਮ ਕਰਦੇ ਆ, ਕੱਲ ਨੂੰ ਲੋਕ ਸਵਾਲ ਉਠਾਉਂਦੇ ਆ ਤੇ ਤੁਸੀਂ ਆਪਣੇ ਪੂਰੇ ਅਕਾਊਂਟਸ ਵਗੈਰਾ ਦੇਖ ਲਓ, ਜੋ ਵੀ ਤੁਹਾਨੂੰ ਕੋਈ ਲੱਗਦਾ ਪੁੱਛਤਾਛ ਕਰਨੀ ਹੈ ਕਰ ਲਓ। ਕੋਈ ਉਹਨਾਂ ਤੇ ਇਸ ਤਰ੍ਹਾਂ ਦੀ ਗੱਲ ਨਹੀਂ ਹੋ ਰਹੀ। ਪਰ ਕੈਲੀਫਿਕੇਸ਼ਨ ਤਾਂ ਕੋਈ ਅਜੇ ਤੱਕ ਗਰੇਵਾਲ ਸਾਹਿਬ ਇਦਾਂ ਦਾ ਨਹੀਂ ਆਇਆ ਸਾਹਮਣੇ ਕਿ ਆ ਜਾਏਗਾ ਕਿਉਂਕਿ ਉਹਨਾਂ ਦੇ ਸਮਰਥਕ ਜਿਹੜੇ ਨੇ ਉਹ ਵੀ ਜੁਟ ਗਏ ਨੇ, ਪ੍ਰਦਰਸ਼ਨ ਹੋਣ ਲੱਗ ਗਏ ਨੇ ਮੁੰਬਈ ਦੇ ਵਿੱਚ, ਔਰ ਆਮ ਆਦਮੀ ਪਾਰਟੀ ਸ਼ਿਵ ਸੈਨਾ ਸਵਾਲ ਚੁੱਕ ਰਹੀ ਹੈ, ਤਾਂ ਕੋਈ ਨਾ ਕੋਈ ਕਲੈਰੀਫਿਕੇਸ਼ਨ ਜ਼ਰੂਰ ਆਣਾ ਚਾਹੀਦਾ ਸੀ। ਆ ਜਾਏਗਾ ਜ਼ਰੂਰ ਆਏਗਾ। ਸਰਕਾਰ ਦਾ ਕੋਈ ਰੇਡ ਨਹੀਂ ਹੋ ਰਹੀ ਵੈਸੇ। ਅੱਛਾ। ਇਹ ਜ਼ਰੂਰ ਵੀ ਰੂਟੀਨ ਜਾਂਚ ਹੈ, ਉਹ ਕੋਈ ਐਸੀ ਗੱਲ ਨਹੀਂ ਹੈ। ਪਰ ਵਿਰੋਧੀ ਸਭ ਉਹ ਤਾਂ ਕਹਿ ਰਹੇ ਨੇ ਕਿ ਇਦਾਂ ਹੀ ਆਈਟੀ ਦਾ ਡਰ ਦਿਖਾਇਆ ਜਾਂਦਾ ਹਮੇਸ਼ਾ ਤੋਂ। ਨਹੀਂ ਵਿਰੋਧੀਆਂ ਦਾ ਕੀ ਹੁੰਦਾ ਜੀ ਕਿ ਪਿੱਛੇ ਚੰਡੀਗੜ੍ਹ ਵਾਸਤੇ ਉਹਨਾਂ ਨੇ ਕੀਤਾ ਕਿ ਐਡਮਿਨਿਸਟ੍ਰੇਟਰ ਗਵਰਨਰ ਨੂੰ ਨਹੀਂ ਲਗਾਇਆ ਜਾ ਰਿਹਾ ਤੇ ਐਡਮਿਨਿਸਟ੍ਰੇਟਰ ਅਲੱਗ ਤੋਂ ਲਗਾਇਆ ਜਾ ਰਿਹਾ ਚੰਡੀਗੜ੍ਹ 'ਚ, ਤੇ ਸਭ ਸ਼ੋਰ ਮਚਾਉਣ ਲੱਗੇ। ਸਰਦਾਰ ਸੁਖਬੀਰ ਸਿੰਘ ਬਾਦਲ ਵੀ, ਆਮ ਆਦਮੀ ਪਾਰਟੀ ਵੀ। ਫਿਰ ਮਿਨਿਸਟਰੀ ਆਫ ਹੋਮ ਅਫੇਅਰਸ ਨੇ ਇੱਕ ਹਫ਼ਤੇ ਬਾਅਦ ਜਾ ਕੇ ਕਲੈਰੀਫਿਕੇਸ਼ਨ ਦਿੱਤੀ, ਸਾਡੀ ਗੱਲ ਕਿਸੇ ਨੇ ਨਹੀਂ ਮੰਨੀ ਤੇ ਉਹਨਾਂ ਨੇ ਕਿਹਾ ਕਿ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ, ਨਾ ਕੋਈ ਐਡਮਿਨਿਸਟ੍ਰੇਟਰ ਲਗਾਇਆ ਜਾ ਰਿਹਾ, ਨਾ ਐਸ ਸੱਚ ਕੋਈ ਪ੍ਰਪੋਜ਼ਲ ਆ। ਤੇ ਉਸ ਤੋਂ ਬਾਅਦ ਜਾ ਕੇ ਇਹ ਸ਼ਾਂਤ ਹੋਏ, ਤਾਂ ਬਿਨਾਂ ਗੱਲਬਾਤ ਤੋਂ ਸਮਾਨ ਬਣਾਉਂਦੇ। ਤੁਹਾਨੂੰ ਕੀ ਲੱਗਦਾ? ਹਾਂਜੀ ਗਰੇਵਾਲ ਸਾਹਿਬ, ਤੁਹਾਨੂੰ ਕੀ ਲੱਗਦਾ ਕੁਝ ਇਸ ਤਰ੍ਹਾਂ ਦਾ ਮਿਲ ਸਕਦਾ ਵਿਵਾਦਿਤ ਉਹਨਾਂ ਦੇ ਘਰੋਂ ਜਾਂ ਕੋਈ ਅਜਿਹੇ ਡਾਕੂਮੈਂਟ? ਨਹੀਂ ਕੁਝ ਨਹੀਂ ਹੈ, ਵਿਵਾਦਿਤ ਕੁਝ ਨਹੀਂ। ਠੀਕ ਹੈ ਗਰੇਵਾਲ ਸਾਹਿਬ, ਸ਼ੁਕਰੀਆ ਜੁੜਨ ਦੇ ਲਈ, ਬਹੁਤ ਬਹੁਤ ਧੰਨਵਾਦ। ਸੋ ਸੋਨੂੰ ਸੂਦ ਉਹਨਾਂ ਦੇ ਘਰ ਜਿਹੜੀ ਹੈ, ਉਹਨਾਂ ਦੇ ਬਾਕੀ ਟਿਕਾਣਿਆਂ ਤੇ ਵੀ ਲਗਾਤਾਰ ਰੇਡ ਜਿਹੜੀ ਹੈ ਉਹ ਚੱਲ ਰਹੀ ਹੈ, ਔਰ ਕੱਲ ਵੀ 20 ਘੰਟੇ ਜਾਂਚ ਹੋਈ ਸੀ, ਪੁੱਛਗਿੱਛ ਹੋਈ ਸੀ, ਜਿਸ ਤੋਂ ਬਾਅਦ ਹੁਣ ਸਿਆਸੀ ਮੋੜ ਇਹ ਮਸਲਾ ਲੈਂਦਾ ਹੋਇਆ ਨਜ਼ਰ ਆ ਰਿਹਾ। ਔਰ ਆਮ ਆਦਮੀ ਪਾਰਟੀ ਔਰ ਸ਼ਿਵ ਸੈਨਾ ਦੋਵੇਂ ਜਿਹੜੇ ਨੇ ਉਸ ਰੇਡ ਤੇ ਸਵਾਲ ਚੁੱਕ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਵੱਲੋਂ ਜਾਣਬੁੱਝ ਕੇ ਇਹ ਕਰਵਾਇਆ ਜਾ ਰਿਹਾ ਹੈ, ਕਿਉਂਕਿ ਬ੍ਰਾਂਡ ਐਂਬੈਸਡਰ ਬਣੇ ਨੇ ਆਮ ਆਦਮੀ ਪਾਰਟੀ ਦੇ। ਔਰ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਹਾਲੇ ਦੀ ਅਪਡੇਟ ਦੀ, ਤਾਂ ਮੁੰਬਈ ਦੇ ਵਿੱਚ ਜੋ ਪੱਤਰਕਾਰ ਹੋਰਾਂ ਦੇ ਹਵਾਲੇ ਤੋਂ ਸਾਡੇ ਤੱਕ ਜਾਣਕਾਰੀ ਪਹੁੰਚੀ ਹੈਗੀ ਹੈ, ਪ੍ਰਦਰਸ਼ਨ ਦੇ ਲਈ ਜੁਟ ਚੁੱਕੇ ਨੇ ਸਮਰਥਕ ਸੋਨੂੰ ਸੂਦ ਹੋਰਾਂ ਦੇ, ਔਰ ਉਹਨਾਂ ਦੇ ਵੱਲੋਂ ਜਿਹੜਾ ਪ੍ਰਦਰਸ਼ਨ ਕਰਕੇ ਕਿਹਾ ਜਾ ਰਿਹਾ ਕਿ ਇਹ ਗਲਤ ਹੋ ਰਿਹਾ ਹੈ ਔਰ ਜਾਣਬੁੱਝ ਕੇ ਧੱਕਾ ਕੀਤਾ ਜਾ ਰਿਹਾ ਹੈ। ਸੋ ਇਸ ਤਰ੍ਹਾਂ ਦੀ ਤਸਵੀਰ ਹੁਣ ਸੋਨੂੰ ਸੂਦ ਸੰਬੰਧਤ ਬਣਦੀ ਨਜ਼ਰ ਆ ਰਹੀ ਹੈ। ਉਹਨਾਂ ਦੀਆਂ ਕੁਝ ਮੁਸ਼ਕਿਲਾਂ ਕਹਿ ਸਕਦੇ ਹਾਂ ਵੱਧ ਰਹੀਆਂ ਨੇ, ਪਰ ਇੱਕ ਪਾਸੇ ਦੂਸਰੇ ਗੱਲ ਕੀਤੀ ਜਾਏ ਤਾਂ ਇਸ ਨੂੰ ਰੇਡ ਨਹੀਂ ਬਲਕਿ ਸਿਰਫ ਤੇ ਸਿਰਫ ਇੱਕ ਸਰਵੇ ਕਿਹਾ ਜਾ ਰਿਹਾ। ਔਰ ਬੀਜੇਪੀ ਦੀ ਗੱਲ ਕਰੀਏ ਤਾਂ ਇਹ ਵੀ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਇਹ ਖੁਦ ਹੀ ਆਪਣੇ ਆਪ ਰਿਕਮੈਂਡ ਕੀਤਾ ਗਿਆ ਸੀ ਸੋਨੂੰ ਸੂਦ ਦੇ ਵੱਲੋਂ ਕਿ ਮੈਂ ਜਿਹੜੇ ਸਮਾਜ ਭਲਾਈ ਦੇ ਕੰਮ ਕਰ ਰਿਹਾ, ਸੋ ਇਸ ਬਾਬਤ ਇੱਕ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ ਔਰ ਇਹ ਖੁਦ ਕਲੈਰੀਫਿਕੇਸ਼ਨ ਵੀ ਜਲਦੀ ਦੇਣਗੇ। ਅੱਗੇ ਵਧਦੇ ਹਾਂ ਔਰ ਗੱਲ ਕਰਾਂਗੇ ਹੁਣ ਖਬਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਲ ਜੁੜੀ ਹੋਈ ਹੈ। ਦਰਅਸਲ ਯੂਕੇ ਦੀ ਸਰਕਾਰ ਦੇ ਵੱਲੋਂ ਜੁਰਮਾਨਾ ਲਗਾਏ ਜਾਣ ਦੇ ਮਾਮਲੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਕੱਤਰੇਤ ਨੇ ਸਪਸ਼ਟੀਕਰਨ ਜਾਰੀ ਕੀਤਾ ਹੈ ਔਰ ਸਪਸ਼ਟੀਕਰਨ 'ਚ ਕਿਹਾ ਹੈ ਕਿ ਯੂਕੇ ਦੀ ਸਰਕਾਰ ਦੇ ਵੱਲੋਂ ਕੋਈ ਜੁਰਮਾਨਾ ਨਹੀਂ ਲਗਾਇਆ ਗਿਆ। ਜਥੇਦਾਰ ਦੇ ਖਿਲਾਫ ਅਫਵਾਹਾਂ ਜਿਹੜੀਆਂ ਨੇ ਉਹ ਫੈਲਾਈਆਂ ਜਾ ਰਹੀਆਂ ਨੇ। ਦਰਅਸਲ ਯੂਕੇ ਸਰਕਾਰ ਦੇ ਵਾਇਰਲ ਹੋ ਰਹੇ ਲੈਟਰ ਦੇ ਵਿੱਚ ਜਥੇਦਾਰ ਤੇ ਇਲਜ਼ਾਮ ਲਗਾਇਆ ਗਿਆ ਕਿ ਉਹਨਾਂ ਨੇ ਕੋਵਿਡ ਨਿਯਮਾਂ ਦੀ ਉਲੰਘਣਾ ਕੀਤੀ ਹੈ, ਜਿਸ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਨੇ ਕਿਹਾ ਕਿ 9 ਸਤੰਬਰ ਨੂੰ ਜਥੇਦਾਰ ਹਰਪ੍ਰੀਤ ਸਿੰਘ ਸਾਰਾ ਗੜੀ ਸਮਾਗਮ ਲਈ ਇੰਗਲੈਂਡ ਗਏ ਸਨ ਤੇ ਇਸ ਦੌਰਾਨ ਉਹਨਾਂ ਦੇ ਵੱਲੋਂ ਭਾਰਤ ਤੇ ਯੂਕੇ ਦੋਹਾਂ ਦੇਸ਼ਾਂ ਦੀਆਂ ਕੋਵਿਡ ਸ਼ਰਤਾਂ ਦੀ ਪੂਰੀ ਤਰ੍ਹਾਂ ਦੇ ਨਾਲ ਪਾਲਣਾ ਕੀਤੀ ਗਈ ਹੈ। ਨਾਲ ਇਹ ਵੀ ਕਿਹਾ ਗਿਆ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਪੱਤਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਮਾਣ ਸਨਮਾਨ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਿਹਾ ਸਾਜ਼ਿਸ਼ ਹੈ। ਇਸ ਤੋਂ ਇਲਾਵਾ ਯੂਕੇ ਦੀ ਕਮੇਟੀ ਦੇ ਵੱਲੋਂ ਵੀ ਇਸ ਬਾਰੇ ਸਪਸ਼ਟੀਕਰਨ ਜਾਰੀ ਕਰਕੇ ਵਾਇਰਲ ਹੋ ਰਹੇ ਯੂਕੇ ਸਰਕਾਰ ਦੇ ਪੱਤਰ ਨੂੰ ਫੇਕ ਕਰਾਰ ਦਿੱਤਾ ਗਿਆ। ਸਿੰਘ ਸਾਹਿਬ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਇੱਥੇ ਪਹੁੰਚੇ ਸੀ। ਲੋਕਾਂ ਨੇ ਬੜਾ ਵਾਦ-ਵਿਵਾਦ ਕੀਤਾ ਕਿ ਇੱਥੇ ਜੀ ਜਿਹੜਾ ਬੁੱਤ ਆ ਉਹ ਗੁਰਦੁਆਰੇ ਵਿੱਚ ਲਾਉਣ ਲੱਗੇ, ਉਹ ਗੁਰਦੁਆਰੇ 'ਚ ਲਾਉਣ ਲੱਗੇ, ਪਰ ਗੁਰਦੁਆਰੇ 'ਚ ਨਹੀਂ ਸੀ, ਉਹ ਪਾਰਕ ਵਿੱਚ ਸੀ। ਦੂਸਰੀ ਗੱਲ, ਜਦੋਂ ਉਹਦੇ ਵਿੱਚ ਉਹ ਕਾਮਯਾਬ ਨਹੀਂ ਹੋਏ, ਹੁਣ ਉਹਨਾਂ ਨੇ ਸ਼ਰਾਰਤੀ ਲੋਕਾਂ ਨੇ ਇੱਕ ਹੋਰ ਨਵਾਂ ਕਾਰਾ ਕੀਤਾ, ਇੱਕ ਬੋਗਸ ਚਿੱਠੀ ਕੱਢ ਦਿੱਤੀ ਕਿ ਗੁਰਦੁਆਰੇ ਨੂੰ 10,000 ਪਾਉਂਡ ਫਾਈਨ ਹੋਇਆ। ਜਦੋਂ ਅਸੀਂ ਉਹਦੀ ਇਨਕੁਆਇਰੀ ਕੀਤੀ ਤੇ ਉਹਦੇ ਵਿੱਚ ਉਹ ਵੀ ਚਿੱਠੀ ਜਾਰੀ ਨਿਕਲੀ। ਉਹ ਕੰਪਨੀ ਜਿਹੜੀ ਹੈਗੀ ਆ ARCO, ਉਹਨਾਂ ਨਾਲ ਜਦ ਸੰਪਰਕ ਕੀਤਾ, ਉਹਨੇ ਕਿਹਾ ਅਸੀਂ ਤਾਂ ਕੋਈ ਚਿੱਠੀ ਕੱਢੀ। तो स्पष्टीकरण दिता गया और साफ तौर पर कहा गया कि इदा का
कुछ भी नहीं है। ज्यादा जानकारी लिए फोन लाइन ते ने साडे नाल अमृतसर तो पत्रकार राजीव शर्मा। राजीव, की कुछ जानकारी जेकर इस मामले की पूरी गल की जाए कि वाकई ही कुछ फेक है? जी हाँ, बिल्कुल। अकाल तख्त साहिब के जो ਸਕੱਤਰੇਤ ਵੱਲੋਂ एक ਪ੍ਰੈਸ ਨੋਟ भी जारी किया गया और उसके नाल एक वीडियो भी जारी की जो कि यूके की उस गुरुद्वारा कमेटी ਵੱਲੋਂ जारी की गई है जिन्होंने ਵੱਲੋਂ अकाल तख्त साहिब के जथेदार ਗਿਆਨੀ हरप्रीत सिंह ਨੂੰ जो है उत्थे इनवाइट किया गया सी और ये भी उसके विच जिक्र किया गया कि सारा गढ़ी ਦੇ ਜਿਹੜੇ शहीद ने उन्हों की शताब्दी उत्थे मनाई जानी सी और उत्थे सूबेदार शहीद ईशर सिंह का जिहड़ा बुत लगाया जाना सी उसनूं लैके पहलां भी विवाद खड़ा किया गया और ये गल कही गई कि गुरुद्वारा साहिब दे विच ओह बुत लगाया जाना। तो उन्हां ही लोकां दे उपर इल्जाम लग रहे हैं कि उन्होंने एक फेक जिहड़ी चिट्ठी है उसनूं वायरल किया। उस तो बाद एक गलत सुनेहा जो है वो संसार भर के सिखां दे विच गया। तो इसनूं लैके नाराजगी भी किते ना किते जाहिर की गई है। अकाल तख्त साहिब के जथेदार दे जो निजी ਸਕੱਤਰ ने उन्होंने वालों ये प्रैस नोट जारी करके स्पष्टीकरण दिता गया कि अजिही कोई भी गल जो है यूके दे विच वो नहीं हुई। इस करके इस जिहड़ी खबर दे वल इन्हां अफवाहां दे वल लोग ध्यान ना देण और जो यूके दे विच जिहड़े लोग जिन्हां वल्लों इनवाइट किया गया सी जथेदार वल्लों जथेदार नूं उन्हां वल्लों कहा जा रहा है कि असीं भी अपने पद्धर ते इस दी जांच कर रहे हैं कि आखिरकार ये चिट्ठी किस वल्लों तैयार की गई और इसनूं वायरल करने दे पिछे की मकसद सी। तां फिलहाल जो ये विवाद इस वेले पक्या होया उस दे विच ये नवां मोड़ आया कि उस चिट्ठी नूं बोगस अते जाली जिहड़ा वो करार दिता जा रहा है। बिल्कुल राजीव, ये भी जानकारी है कि जथेदार होरी कह रहे हैं कि इस तरह का कुछ नहीं है, कोई उत्थे कोविड नियमां दी उलंघना नहीं हुई है। जी बिल्कुल, जथेदार वालों ये स्पष्ट किया गया कि जदों उन्हां दा जिहड़ा प्रोग्राम सी यूके दे विच जाण दा तां पहलां तो तय और निर्धारित जिहड़ा समा सी तरीकां दी पहलां ही जानकारी सी। इस करके जिन्ने भी नियम जिहड़े बनदे सी क्योंकि जदों भी किसी ने विदेश जाना हुंदा तां उसनूं पहलां तो ये नियम दस्से जांदे ने भावें वो कोविड टेस्ट होवे या फिर वैक्सीन की जिहड़ी गल कही जांदी। इस तो इलावा जिहड़ा एकांतवास दीयां शर्तां ने तां उन्हां दा कहना कि असीं वो सारियां शर्तां पहलां ही पूरीआं करन तो बाद ही जो है विदेश गए सी और उस तो बाद जो नियम बनदे ने भारत आउण ते वो भी असीं पूरे कीते ने। राजीव, बहुत बहुत धन्यवाद है। फिलहाल शुक्रिया विचकार रोक रही हूं तुहानूं और साडे नाल एसजीपीसी मैंबर गुरचरण सिंह गरेवाल जुड़े ने। गरेवाल साहब की कहोगे जेकर इस मामले की सारे की गल की जाए जिस तरह के नाल चिट्ठी फेक दसी जा रही है वायरल की है जो? देखो जी गुरजोत जी बड़ी बड़ी माड़ी गल आ, मंदभागी गल है। ਅਸੀਂ ਇਹ ਸਮਝਦੇ ਹਾਂ ਕਿ ਜਿਹੜੀਆਂ ਸਿੱਖ ਵਿਰੋਧੀ ਸ਼ਕਤੀਆਂ ਵਾ ਜੀ ਉਹ ਬੜੇ ਲੰਬੇ ਸਮੇਂ ਤੋਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਕਿਸੇ ਨਾ ਕਿਸੇ ਢੰਗ ਨਾਲ ਢਾਲਾਉਣ ਦੇ ਵਿੱਚ ਆਪਣਾ ਕਹਿੰਦੇ ਛੜਯੰਤਰ ਵਰਤੀਆਂ ਰਹਿੰਦੀਆਂ। ਪਰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਸਮੁੱਚੇ ਸਿੱਖ ਜਗਤ ਨੂੰ ਵੀ ਤੁਹਾਡੇ ਗੁਰਦੁਆਰਾ ਸਾਹਿਬਾਨ ਦੇ ਆਪ ਦੇ ਮਸਲੇ ਹੋਣਗੇ, ਤੁਹਾਡੇ ਬਾਹਰ ਵਿਦੇਸ਼ ਬੈਠੇ ਤੁਹਾਡੇ ਆਪਣੇ ਧੜੇ ਹੋਣਗੇ, ਵੀ ਕਿਰਪਾ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਮਾਣ ਤੇ ਸਨਮਾਨ ਸਭ ਦਾ ਸਾਂਝਾ। ਜੋ ਉੱਥੇ ਪਹਿਲਾਂ ਬੁੱਤ ਲਾਉਣ ਦਾ ਮਸਲਾ ਬਣਿਆ ਉਸ ਤੇ ਵਿਵਾਦ ਪੈਦਾ ਹੋ ਗਿਆ। ਫਿਰ ਇਹ ਜਿਹੜੀ ਝੂਠੀ ਚਿੱਠੀ ਜਿਹੜੀ ਜਾਰੀ ਕੀਤੀ ਗਈ, ਹੁਣ ਤੁਸੀਂ ਵੇਖਿਆ ਹੀ ਆ ਕਿ ACRO ਜਿਹੜੀ ਕ੍ਰਿਮੀਨਲ ਰਿਕਾਰਡ ਦੀ ਜਿਹੜਾ ਦਫ਼ਤਰ ਆ ਉਹਨੇ ਕਿਹਾ ਵੀ ਨਹੀਂ ਇਹ ਸਾਡੀ ਚਿੱਠੀ ਨਹੀਂ ਹੈਗੀ। ਸੋ ਇਹ ਵੱਡੀ ਇੱਕ ਸ਼ਰਮਨਾਕ ਗੱਲ ਆ। ਜਿਹੜੇ ਲੋਕ ਵੀ ਇਹ ਚ ਇਨਵੋਲਵ ਆ ਅਸੀਂ ਇਹ ਸਮਝਦੇ ਕਿਹਨਾਂ ਤੇ ਸ਼ੱਕ ਹੈ ਗਰੇਵਾਲ ਸਾਹਿਬ ਕੀ ਕਿਹਨਾਂ ਤੇ ਸ਼ੱਕ ਲੱਗ ਰਿਹਾ ਤੁਹਾਨੂੰ? ਕੌਣ ਅਜਿਹਾ ਕਰ ਸਕਦਾ? ਕੀ ਕੋਈ ਵਿਦੇਸ਼ ਤੋਂ ਹੈ ਜਾਂ ਫਿਰ ਇੱਥੋਂ ਹੀ ਹੈ? ਗੁਰਜੋਤ ਜੀ ਇੱਥੋਂ ਦੀਆਂ ਏਜੰਸੀਆਂ ਤਾਂ ਲੱਗੀਆਂ ਹੀ ਹੋਈਆਂ ਨੇ ਜਿਹੜੀਆਂ ਕਿਸੇ ਨਾ ਕਿਸੇ ਢੰਗ ਨਾਲ ਸਿੱਖਾਂ ਦੇ ਵਿੱਚ ਆਪਸੀ ਪਾੜਾ ਪਵਾ ਕੇ ਅੱਗੇ ਪਹਿਲਾਂ ਤਾਂ ਸਾਡੇ ਵਿਰੋਧੀ ਸ਼ਰਿਆਮ ਦੀ ਨੇ ਹੁੰਦੇ ਸੀ। ਹੁਣ ਤਾਂ ਜਿਹੜੇ ਇਹ ਦੇਖ ਰਹੇ ਨੇ ਇਹ ਸਾਡਾ ਭੇਸ਼ਭੂਸ਼ਾ ਤੇ ਸਾਡੀ ਗੱਲ ਕਰਨ ਵਾਂਗੂ ਬੋਲ ਕੇ ਇਹ ਸਿਧਾਂਤਾਂ ਦੀ ਗੱਲ ਕਰਕੇ ਤੇ ਅਕਾਲ ਤਖਤ ਸਾਹਿਬ ਨੂੰ ਢਾਹ ਲਾਉਂਦੇ ਆ। ਠੀਕ ਹੈ ਨਾ ਜੀ? ਸੋ ਇਹ ਚੀਜ਼ਾਂ ਜਿਹੜੀਆਂ ਵਾ ਇਹ ਮਾੜੀਆਂ ਨੇ। ਸਿੱਖ ਆਵਾਮ ਤੇ ਖਾਸ ਤੌਰ ਤੇ ਸਿੱਖ ਸੰਗਤ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਸ਼੍ਰੋਮਣੀ ਗੁਰਦੁਆਰਾ ਕਮੇਟੀ ਵੱਲੋਂ ਵੀ ਵਿਵਾਦ ਤੁਹਾਡੇ ਆਪਣੇ ਹੋਣਗੇ। ਇਹਨਾਂ ਵਿਵਾਦਾਂ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਜਥੇਦਾਰ ਸਾਹਿਬ ਦਾ ਮਾਨ ਸਨਮਾਨ ਨੂੰ ਫੀਸ ਪਹੁੰਚਣੀ ਇਹ ਸਮੁੱਚੀ ਕੌਮ ਲਈ ਕਰਨੀ ਵਾਲੀ ਗੱਲ ਆ। ठीक है गुरशरण जी, बहुत बहुत धन्यवाद है जुड़न दी। सो अकाल तख्त साहिब दिल्ली जो ये है वो गलत है जिन्हों के वालों भी किया गया और इस मनभागा करार दिता जा रहा है और ये सोचियां समझियां साजिशां जिहड़ियां ने कीतियां जा रही ने ते बेनती की गई SGPC के वालों भी कि अजिहा ना किया जाए क्योंकि ये मामला जिहड़ा है वो साफ करने की कोशिश की और अगे भी हुण भी जिहड़ा है वो जांच की जा रही है कि आखिरकार इस चिट्ठी नूं वायरल करने वाला कौन है, कौन इस दे पिछे लुकिया होया है क्योंकि अजिहा कुछ नहीं सी, ना ही जुर्माना लग्या है और ना ही कोई उल्लंघना हुई है कोविड